ਹੈਲੋ ਫਰੈਂਡ, ਵੈਲਕਮ ਟੂ ਕੁੱਬਾ ਲਰਨੋਜ ਜੀ ਫ੍ਰੀ ਐਜੂਕੇਸ਼ਨਲ ਚੈਨਲ। ਵਿਦਿਆਰਥੀ ਸਾਥੀਓ, ਜਿਵੇਂ ਕਿ ਤੁਸੀਂ ਸਾਡੇ ਚੈਨਲ ਉੱਪਰ ਵੱਖ-ਵੱਖ ਪੇਪਰਾਂ ਦੀ ਪ੍ਰੈਪਰੇਸ਼ਨ ਕਰ ਰਹੇ ਹੋ, ਸਭ ਤੋਂ ਪਹਿਲਾਂ ਸਾਡਾ ਚੈਨਲ ਸੀਗਾ ਜਿਹੜਾ ਮੇਨ ਐਂਟੀਟੀ ਜਾਂ DEC ਦਾ ਕੋਰਸ ਜਿਹੜਾ ਇਗਨੂ ਦੁਆਰਾ ਕਰਵਾਇਆ ਜਾਂਦਾ ਹੈ, ਉਸ ਦੀ ਗਾਈਡੈਂਸ ਦੇਣ ਦੇ ਲਈ ਬਣਾਇਆ ਗਿਆ ਸੀਗਾ। ਇਸ ਤੋਂ ਬਾਅਦ ਆਪਾਂ ਮਾਸਟਰ ਕੈਡਰ SST ਦੀ ਸ਼ੁਰੂਆਤ ਕੀਤੀ ਅਤੇ ਨਾਲ ਹੀ ਹੁਣ ਹਿਸਟਰੀ ਲੈਕਚਰਰ ਦੀ ਵੀ ਪ੍ਰੈਪਰੇਸ਼ਨ ਕਰ ਰਹੇ ਹਾਂ। ਇਸ ਤੋਂ ਪਹਿਲਾਂ ਆਪਾਂ ਮਾਡਰਨ ਇੰਡੀਆ ਹਿਸਟਰੀ ਜਿਹੜੀ ਕੰਪਲੀਟ ਕਰ ਚੁੱਕੇ ਹਾਂ, ਭਾਵ ਕਿ ਆਧੁਨਿਕ ਭਾਰਤ ਦਾ ਇਤਿਹਾਸ। ਤਾਂ ਬਹੁਤ ਹੀ ਜ਼ਿਆਦਾ ਡਿਮਾਂਡ ਸੀ ਪੋਲਿਟੀ ਦੀ, ਠੀਕ ਹੈ ਜੀ। ਤਾਂ ਜਿਹੜੇ ਵਿਸ਼ਿਆਂ ਦੀ ਡਿਮਾਂਡ ਸੀ ਉਹਨਾਂ ਦੇ ਆਪਾਂ MCQs ਮਾਸਟਰ ਕੈਡਰਸ ਦੇ ਐਗਜ਼ਾਮ ਦੇ ਵਿੱਚ ਕਰਵਾ ਦਿੱਤੇ ਸੀ, ਠੀਕ ਹੈ। ਤਾਂ ਇਸ ਤੋਂ ਬਾਅਦ ਹੁਣ ਸਟੂਡੈਂਟ ਆਪਾਂ ਲੱਗੇ ਹੋਏ ਹਾਂ ਹਿਸਟਰੀ ਲੈਕਚਰਰ ਔਰ ਮਾਸਟਰ ਕੈਡਰ SST ਇਨ ਫਿਊਚਰ ਜੇਕਰ ਕੋਈ ਪੋਸਟਾਂ ਆਉਂਦੀਆਂ ਨੇ ਤਾਂ, ਠੀਕ ਹੈ ਜੀ, ਮਾਸਟਰ ਕੈਡਰ SST ਦਾ। ਤਾਂ ਬਿਲਕੁਲ ਸਾਰੇ ਸਟੂਡੈਂਟ ਸਾਡੇ ਨਾਲ ਜੁੜੇ ਰਹਿਣ, ਵਧੀਆ ਪ੍ਰੈਪਰੇਸ਼ਨ ਅਸੀਂ ਕਰਵਾ ਰਹੇ ਹਾਂ। ਇਹਦਾ ਜਿਹੜਾ ਤੁਹਾਡੇ ਕੋਲੋਂ ਕੋਈ ਵੀ ਜਿਹੜਾ ਚਾਰਜ ਹੈ ਜਾਂ ਕੋਈ ਵੀ ਪੈਸਾ ਜਿਹੜਾ ਨਹੀਂ ਵਸੂਲਿਆ ਜਾਂਦਾ, ਠੀਕ ਹੈ ਜੀ। ਬਿਲਕੁਲ ਵੀ ਕੋਈ ਵੀ ਜਿਹੜਾ ਪੈਸਾ ਤੁਹਾਡੇ ਕੋਲੋਂ ਨਹੀਂ ਵਸੂਲਿਆ ਜਾਂਦਾ। ਫ੍ਰੀ ਆਫ ਕਾਸਟ ਜਿਹੜਾ ਸਾਡਾ ਚੈਨਲ ਤੁਹਾਨੂੰ ਐਜੂਕੇਸ਼ਨ ਪ੍ਰੋਵਾਈਡ ਕਰਵਾ ਰਿਹਾ ਔਰ ਕੁਆਲਿਟੀ ਆਫ ਐਜੂਕੇਸ਼ਨ ਦੇ ਰਿਹਾ। ਇਹ ਨਹੀਂਗਾ ਕੋਈ ਕਿ ਤੁਹਾਨੂੰ ਇਸ ਤਰ੍ਹਾਂ ਹੀ ਕੁਐਸਚਨ ਜਿਹੜੇ ਕਰਵਾ ਕੇ ਤੁਹਾਡਾ ਵੱਧ ਤੋਂ ਵੱਧ ਸਮਾਂ ਜਿਹੜਾ ਗੁਜ਼ਾਰਿਆ ਜਾਂਦਾ ਇੱਥੇ। ਤਾਂ ਕਮੈਂਟਾਂ ਦਾ ਜਵਾਬ ਜਿਹੜਾ ਬੋਲ ਕੇ ਨਹੀਂ ਦਿੱਤਾ ਜਾ ਸਕਦਾ। ਕਾਰਨ ਕੀ ਹੈ, ਜੇਕਰ ਬੋਲਣ ਲੱਗ ਗਏ ਤਾਂ ਆਪਣੀ ਜਿਹੜੀ ਵੀਡੀਓ ਹੈ 20 ਮਿੰਟਾਂ ਦੀ ਬਣਨੀ ਹੈ ਜਾਂ 20 ਮਿੰਟ ਆਪਾਂ ਲਾਈਵ ਰਹਿਣਾ, ਤਾਂ ਤੁਹਾਡਾ ਘੱਟੋ ਘੱਟ 40 ਮਿੰਟ ਟੱਪ ਜਾ ਕਰਨਗੇ, ਤਾਂ ਉਹਦਾ ਫਿਰ ਕੀ ਫਾਇਦਾ ਹੋਣਾ, ਠੀਕ ਹੈ। ਤਾਂ ਇਸ ਕਰਕੇ ਆਪਾਂ ਘੱਟ ਸਮੇਂ 'ਚ ਵੱਧ ਪ੍ਰਸ਼ਨ ਜਿਹੜੇ ਨੇ ਸੋਲਵ ਕਰਨੇ ਨੇ ਤਾਂ ਕਿ ਵਿਦਿਆਰਥੀ ਜਿਹੜਾ ਵਧੀਆ ਪੇਪਰ ਦੀ ਜਿਹੜੀ ਆਪਣੀ ਪ੍ਰੈਪਰੇਸ਼ਨ ਕਰ ਸਕਣ। ਸੋ ਆਓ ਸਟੂਡੈਂਟਸ, ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਕੇ ਜਲਦੀ ਤੋਂ ਜਲਦੀ ਇਸ ਲਾਈਵ ਸੈਸ਼ਨ ਦੇ ਵਿੱਚ ਸ਼ੁਰੂਆਤ ਕਰੀਏ ਆਪਾਂ। ਸਾਡਾ ਅੱਜ ਦਾ ਜੋ ਟੌਪਿਕ ਰਹਿਣ ਵਾਲਾ ਹੈ ਉਹ ਹੈ ਮੁਗਲ ਸਾਮਰਾਜ 5, ਯਾਨੀ ਕਿ 5ਵਾਂ ਸਾਡਾ ਰਹਿਣ ਵਾਲਾ ਹੈ। ਇਸ ਤੋਂ ਪਹਿਲਾਂ 4 ਜਿਹੜੇ ਨੇ ਲੈਕਚਰ ਆਪਾਂ ਮੁਗਲ ਸਾਮਰਾਜ ਤੇ ਲਾ ਚੁੱਕੇ ਹਾਂ ਤੇ ਇੱਕ ਲੈਕਚਰ ਜਿਹੜਾ ਇਹਦਾ ਹੋਰ ਆਊਗਾ, ਤਾਂ ਆਪਣਾ ਮੁਗਲ ਸਾਮਰਾਜ ਜਿਹੜਾ ਉਹ ਕੰਪਲੀਟ ਹੋ ਜਾਊਗਾ, ਠੀਕ ਹੈ ਜੀ। ਤਾਂ ਅੱਜ ਆਪਾਂ ਸਭ ਤੋਂ ਜ਼ਿਆਦਾ ਗੱਲ ਕਰਾਂਗੇ ਸ਼ਾਹਜਹਾਂ ਦੇ ਬਾਰੇ ਵਿੱਚ, ਸ਼ਾਹਜਹਾਂ ਦੇ ਬਾਰੇ ਵਿੱਚ, ਓਕੇ ਜੀ। ਚਲੋ ਜੀ ਅੱਗੇ ਵਧਦੇ ਹਾਂ। ਸਾਡੇ ਕੋਲ ਅੱਜ ਦਾ ਪਹਿਲਾ ਪ੍ਰਸ਼ਨ ਹੈ, ਜਹਾਂਗੀਰ ਤੋਂ ਬਾਅਦ ਗੱਦੀ ਉੱਪਰ ਕੌਣ ਬੈਠਾ? ਦੱਸੋ ਜੀ। ਸ਼ਾਹਜਹਾਂ ਬੈਠਾ, ਹਮੀਦਾ ਬੇਗਮ ਬੈਠੀ, ਜਾਂ ਔਰੰਗਜ਼ੇਬ ਬੈਠਾ, ਜਾਂ ਡੀ ਤੇ ਖੁਸਰੋ। ਤਾਂ ਕੌਣ ਬੈਠਾ ਸੀਗਾ ਜੀ? ਤਾਂ ਸ਼ਾਹਜਹਾਂ ਬੈਠਾ ਸੀਗਾ, ਠੀਕ ਹੈ ਜੀ। ਤਾਂ ਇਹ ਆਪਸ਼ਨ ਜਿਹੜੀ ਇੱਥੇ ਬਿਲਕੁਲ ਸਹੀ ਹੋ ਜਾਂਦੀ ਹੈ। ਅੱਗੇ ਹੈ ਜੀ ਆਪਣੇ ਕੋਲ ਅੱਜ ਦਾ ਦੂਜਾ ਪ੍ਰਸ਼ਨ ਹੈ, ਸ਼ਾਹਜਹਾਂ ਦਾ ਜਨਮ ਕਿੱਥੇ ਹੋਇਆ? ਆਗਰਾ ਹੋਇਆ, ਫਤਿਹਪੁਰ ਸਿਕਰੀ ਹੋਇਆ, ਜਾਂ ਫਿਰ ਆਪਣੇ ਕੋਲੇ ਹੋਰ ਆਪਸ਼ਨਾਂ ਕੀ ਪਈਆਂ? C ਤੇ D ਆਪਣੇ ਕੋਲੇ ਆਪਸ਼ਨ ਪਈ ਹੈ ਜੀ, ਪੇਸ਼ਾਵਰ ਚ ਹੋਇਆ ਜਾਂ ਫਿਰ ਲਾਹੌਰ ਦੇ ਵਿੱਚ ਹੋਇਆ। ਤਾਂ ਦੱਸੋ ਜੀ ਕਦੋਂ ਹੋਇਆ ਸੀ? ਇੱਕ ਗੱਲ ਤੁਹਾਨੂੰ ਹੋਰ ਮੈਂ ਦੱਸ ਦੇਵਾਂ, ਇਹਨਾਂ ਦਾ ਜਿਹੜਾ ਜਨਮ ਹੈ ਨਾ, ਜਨਮ ਦੇਣ ਵਾਲੀ ਜਿਹੜੀ ਤੁਸੀਂ ਸੁਣੀ ਹੋਣੀ ਹੈ ਜਹਾਂਗੀਰ ਦੀ ਵਾਈਫ ਹਮੀਦਾ ਬੇਗਮ ਦੇ ਬਾਰੇ ਵਿੱਚ ਸੁਣਿਆ ਹੋਣਾ, ਪਰ ਇਹਦਾ ਜਿਹੜਾ ਜਨਮ ਉਸ ਦੇ ਵਿੱਚੋਂ ਨਹੀਂ ਸੀ ਹੋਇਆ। ਇਹ ਜਹਾਂਗੀਰ ਦੀ ਵਾਈਫ ਹੋਰ ਸੀ ਜਿਹਦੇ ਵਿੱਚੋਂ ਇਹਦਾ ਜਨਮ ਜਿਹੜਾ ਹੁੰਦਾ, ਯਾਨੀ ਕਿ ਖੁਰਮ ਦਾ। ਇਹਦਾ ਮੁੱਢਲਾ ਨਾਮ ਕੀ ਸੀਗਾ? ਖੁਰਮ, ਠੀਕ ਹੈ ਜੀ। ਤਾਂ ਜਗਤ ਗੋਸਾਈ ਸੀਗੀ ਇਹਦੀ ਮਾਤਾ ਦਾ ਨਾਮ, ਜਗਤ ਗੋਸਾਈ, ਜਗਤ ਗੋਸਾਈ। ਤਾਂ ਇਹ ਜਗਤ ਗੋਸਾਈ ਜਿਹੜੀ ਸੀਗੀ ਇਹ ਪੁੱਤਰੀ ਕਿੰਦੀ ਸੀ? ਤਾਂ ਇਹ ਸੀਗਾ ਮੋਟਾ ਰਾਜਾ, ਠੀਕ ਹੈ ਜੀ। ਮੋਟਾ ਰਾਜਾ ਸੁਣਿਆ ਹੋਣਾ, ਮੋਟਾ ਰਾਜਾ ਉਦੈ ਸਿੰਘ। ਤਾਂ ਉਹਦੀ ਜਿਹੜੀ ਸੀਗੀ ਪੁੱਤਰੀ ਸੀ ਜਿਹਦੇ ਗਰਭ ਦੇ ਵਿੱਚੋਂ ਜਿਹੜਾ ਸ਼ਾਹਜਹਾਂ ਯਾਨੀ ਕਿ ਖੁਰਮ ਦਾ ਜਿਹੜਾ ਜਨਮ ਹੁੰਦਾ, ਠੀਕ ਹੈ ਜੀ। ਔਰ ਜਨਮ ਜੇਕਰ ਗੱਲ ਕਰ ਲਈਏ ਕਦੋਂ ਹੋਇਆ ਸੀ, ਤਾਂ ਜਨਮ ਹੋਇਆ ਸੀ ਜੀ 5 ਜਨਵਰੀ 1592 ਈਸਵੀ ਦੇ ਵਿੱਚ, ਠੀਕ ਹੈ ਜੀ, ਇਸ ਤਰੀਕੇ ਦੇ ਨਾਲ। ਔਰ ਕਹਿੰਦੇ ਕਿ ਜਨਮ ਜਿਹੜਾ ਕਿੱਥੇ ਹੋਇਆ ਸੀ? ਤਾਂ ਜਨਮ ਹੋਇਆ ਸੀ ਲਾਹੌਰ ਚ। D ਆਪਸ਼ਨ ਜਿਹੜੀ ਇੱਥੇ ਬਿਲਕੁਲ ਸਹੀ ਹੋ ਜਾਂਦੀ ਹੈ, ਠੀਕ ਹੈ ਜੀ। ਅੱਗੇ ਵਧਦੇ ਹਾਂ ਜੀ। ਅੱਗੇ ਸਾਡੇ ਕੋਲੇ ਅੱਜ ਦਾ ਤੀਜਾ ਪ੍ਰਸ਼ਨ ਹੈ, ਸ਼ਾਹਜਹਾਂ ਗੱਦੀ ਉੱਪਰ ਕਦੋਂ ਬੈਠਿਆ ਸੀ? ਤਾਂ ਦੱਸੋ ਜੀ ਕਦੋਂ ਬੈਠਾ ਸੀ ਸ਼ਾਹਜਹਾਂ ਗੱਦੀ ਦੇ ਉੱਪਰ? 1592 ਚ, 1612 ਚ, ਜਾਂ 1628 ਚ, ਜਾਂ 1631 ਈਸਵੀ ਚ। ਤਾਂ ਦੱਸੋ ਜੀ ਕਦੋਂ ਬੈਠਿਆ ਸੀਗਾ? ਤਾਂ ਇੱਥੇ ਆਪਣੀ C ਆਪਸ਼ਨ ਜਿਹੜੀ ਬਿਲਕੁਲ ਸਹੀ ਹੋ ਜਾਂਦੀ ਆ, ਠੀਕ ਹੈ ਜੀ। ਤਾਂ ਆਗਰਾ ਦੇ ਵਿੱਚ ਕਿਰਨ ਏ ਸਾਹਨੀ ਦੀ ਉਪਾਧੀ ਲੈ ਕੇ ਬੈਠ ਜਾਂਦਾ, ਠੀਕ ਹੈ ਜੀ। ਕਿਰਨ ਏ ਸਾਹਨੀ ਦੀ ਜਿਹੜੀ ਉਪਾਧੀ ਲੈ ਕੇ ਤੇ ਗੱਦੀ ਦੇ ਉੱਪਰ ਬੈਠ ਜਾਂਦਾ ਇਸ ਤਰੀਕੇ ਦੇ ਨਾਲ। ਅੱਗੇ ਹੈ ਜੀ, ਸ਼ਾਹਜਹਾਂ ਦੀ ਪਤਨੀ ਦੀ ਮੌਤ ਜਿਹੜੀ ਆ ਉਹ ਕਿਵੇਂ ਹੋਈ? ਤੇਜ਼ ਬੁਖਾਰ ਦੇ ਕਰਕੇ, ਅੰਦਰੂਨੀ ਪੀੜਾ ਦੇ ਕਰਕੇ, ਡਿੱਗਣ ਦੇ ਕਰਕੇ, ਜਾਂ ਖੁਦਕੁਸ਼ੀ ਦੇ ਕਰਕੇ। ਤਾਂ ਦੱਸੋ ਜੀ ਕਿਵੇਂ ਹੋਈ ਸੀਗੀ? ਤਾਂ ਦੇਖੋ ਇੱਥੇ ਪਤਨੀ ਨਹੀਂ, ਇੱਥੇ ਆਣਾ ਸੀ ਪੁੱਤਰੀ ਦੀ, ਠੀਕ ਹੈ ਜੀ। ਪੁੱਤਰੀ ਦੀ ਹੋਈ ਸੀਗੀ ਮੌਤ। ਉਹ ਕਿਸ ਦੇ ਕਰਕੇ ਹੋ ਗਈ ਸੀ ਇਹ ਪੁੱਛਿਆ ਆਪਣੇ ਕੋਲੋਂ? ਤਾਂ ਉਹ ਹੋਈ ਸੀ ਜੀ ਅੰਦਰੂਨੀ ਪੀੜਾ ਦੇ ਕਰਕੇ, ਠੀਕ ਹੈ ਜੀ।
ਤਾਂ 1631 ਈਸਵੀ ਦੇ ਵਿੱਚ ਕੀ ਆ ਉਹਦੀ ਮੌਤ ਜਿਹੜੀ ਹੋ ਜਾਂਦੀ। ਜੇਕਰ ਪੂਰੀ ਡੇਟ ਪੁੱਛ ਲੈਣ ਤਾਂ 7 ਜੂਨ, ਠੀਕ ਹੈ ਜੀ, 7 ਜੂਨ 1631 ਈਸਵੀ ਦੇ ਵਿੱਚ। ਅੱਗੇ ਹੈ ਜੀ, ਸ਼ਾਹਜਹਾਂ ਨੇ ਆਪਣੇ ਸਹੁਰੇ ਨੂੰ ਇੱਥੇ ਆਣਾ ਸੀ, ਸਹੁਰੇ ਨੂੰ ਕਿਸ ਪਦ ਤੇ ਨਵਾਜਿਆ ਸੀ? ਦੱਸੋ ਜੀ, ਉਹਨੇ ਆਪਣੇ ਜਿਹੜਾ ਸਹੁਰਾ ਸੀਗਾ ਉਸ ਨੂੰ ਕਿਸ ਪਦ ਦੇ ਉੱਪਰ ਨਵਾਜਿਆ ਸੀਗਾ? ਯਾਦ ਰੱਖ ਲਿਓ, ਜਿਹੜਾ ਸ਼ਾਹਜਹਾਂ ਦੀ ਜਿਹੜੀ ਵਾਈਫ ਸੀਗੀ ਉਹਦਾ ਨਾਮ ਕੀ ਸੀਗਾ ਵਾਈਫ ਦਾ? ਤਾਂ ਉਹ ਸੀਗੀ ਜੀ ਬਾਨੋ ਬੇਗਮ, ਠੀਕ ਹੈ ਜੀ, ਬਾਨੋ ਬੇਗਮ, ਬਾਨੋ ਬੇਗਮ ਸੀਗੀ। ਔਰ ਨਾਲ ਹੀ ਇਹ ਯਾਦ ਰੱਖ ਲੈਣਾ, ਤਾਂ ਇਹ ਕਿਹਦੀ ਪੁੱਤਰੀ ਸੀ? ਇਹ ਸੀਗੀ ਜੀ ਆਪਣੇ ਕੋਲੇ ਆਸਫ ਖਾਨ ਦੀ। ਹੁਣ ਇੱਥੇ ਆਪਣੇ ਕੋਲੋਂ ਪੇਪਰ ਦੇ ਵਿੱਚ ਪੁੱਛ ਸਕਦੇ ਨੇ ਆਸਫ ਖਾਨ ਨੂੰ ਸ਼ਾਹਜਹਾਂ ਨੇ ਕਿਹੜੇ ਪਦ ਤੇ ਨਵਾਜਿਆ, ਜਾਂ ਫਿਰ ਸ਼ਾਹਜਹਾਂ ਦੇ ਜਿਹੜਾ ਸਹੁਰਾ ਸੀ ਉਸ ਨੂੰ ਸ਼ਾਹਜਹਾਂ ਨੇ ਆਪਣੇ ਜਿਹੜੇ ਸਹੁਰੇ ਨੂੰ ਕਿਹੜੇ ਪਦ ਤੇ ਨਵਾਜਿਆ ਸੀ? ਇਸ ਤਰ੍ਹਾਂ ਵੀ ਪ੍ਰਸ਼ਨ ਜਿਹੜਾ ਉਹ ਬਣ ਸਕਦਾ। ਤਾਂ ਮੰਤਰੀ ਦੇ, ਖਾਨਾ ਦੇ, ਜਾਂ ਵਜ਼ੀਰ ਦੇ, ਜਾਂ ਇਹਨਾਂ ਵਿੱਚੋਂ ਕੋਈ ਨਹੀਂ। ਤਾਂ ਦੇਖੋ ਜੀ ਸੀ ਆਪਸ਼ਨ ਜਿਹੜੀ ਇੱਥੇ ਬਿਲਕੁਲ ਸਹੀ ਹੋ ਜਾਏਗੀ। ਤਾਂ ਵਜ਼ੀਰ ਦੇ ਪਦ ਉੱਪਰ ਉਸਨੇ ਆਸਫ ਖਾਨ ਨੂੰ ਨਵਾਜ਼ ਦਿੱਤਾ ਸੀ। ਔਰ ਜੇਕਰ ਗੱਲ ਕਰ ਲਈਏ ਹੁਣ ਆਪਾਂ ਖਾਨਾ ਦੀ, ਇਹ ਵੀ ਕਲੀਅਰ ਕਰ ਲਈਏ ਇੱਥੋਂ, ਤਾਂ ਇਹਨੇ ਮਹਾਵਤ ਖਾਨ ਜਿਹੜਾ ਸੀਗਾ, ਪਿੱਛੇ ਵੀ ਆਪਾਂ ਮਹਾਵਤ ਖਾਨ ਦੇ ਬਾਰੇ ਵਿੱਚ ਪੜਿਆ ਪਿਛਲੀ ਵੀਡੀਓ 'ਚ, ਤਾਂ ਮਹਾਵਤ ਖਾਨ ਨੂੰ ਇਹਨੇ ਕੀ ਸੀਗਾ ਖਾਨਾ ਦੀ ਉਪਾਧੀ ਜਿਹੜੀ ਆ ਉਹ ਦੇ ਦਿੱਤੀ ਸੀ। ਅੱਗੇ ਹੈ ਜੀ, ਸ਼ਾਹਜਹਾਂ ਨੇ ਨੂਰਜਹਾਂ ਦੀ 2 ਲੱਖ ਪੈਨਸ਼ਨ ਲਗਾ ਕੇ ਕਿੱਥੇ ਭੇਜ ਦਿੱਤਾ? ਦੇਖੋ ਜੀ ਇਹਦੇ ਵਿੱਚ ਨਾ 3 ਤਾਂ ਕੁਐਸਚਨ ਦੇ ਵਿੱਚ ਹੀ ਜਿਹੜੇ ਨੇ ਪੁਆਇੰਟ ਕਲੀਅਰ ਹੋ ਗਏ। ਸ਼ਾਹਜਹਾਂ ਨੇ ਨੂਰਜਹਾਂ ਦੀ ਪੈਨਸ਼ਨ ਲਵਾਈ, ਠੀਕ ਹੈ, ਕਿ ਕਲੀਅਰ ਹੋ ਗਿਆ। ਔਰ ਨੂਰਜਹਾਂ ਦੀ ਜਿਹੜੀ ਪੈਨਸ਼ਨ ਸੀ ਕਿੰਨੀ ਲਗਾਈ? 2 ਲੱਖ। ਇਹ ਵੀ ਪੁੱਛ ਸਕਦੇ ਪੇਪਰ 'ਚ। ਤਾਂ ਲਗਾ ਕੇ ਇਹਨੂੰ ਕਿੱਥੇ ਭੇਜ ਦਿੱਤਾ ਸੀ? ਆਪਣੇ ਕੋਲੋਂ ਪੇਪਰ 'ਚ ਇਹ ਪੁੱਛਿਆ ਪ੍ਰਸ਼ਨ ਦੇ ਵਿੱਚ, ਠੀਕ ਹੈ ਜੀ। ਤਾਂ ਕਿੱਥੇ ਭੇਜਤਾ ਸੀ? ਰੰਗੂਨ, ਆਗਰਾ, ਫਤਿਹਪੁਰ ਸਿਕਰੀ ਜਾਂ ਲਾਹੌਰ ਭੇਜ ਦਿੱਤਾ ਸੀਗਾ। ਤਾਂ ਦੇਖੋ ਜੀ ਇਹਨੇ ਲਾਹੌਰ ਭੇਜ ਦਿੱਤਾ ਸੀ। ਔਰ ਉੱਥੇ ਜਾ ਕੇ ਜਿਹੜੀ ਆ 1645 ਚ ਜਿਹੜੀ ਹੈ ਨੂਰਜਹਾਂ ਦੀ ਮੌਤ ਹੋ ਜਾਂਦੀ ਹੈ। ਨੂਰਜਹਾਂ ਕੌਣ ਸੀ? ਜਹਾਂਗੀਰ ਦੀ ਪਤਨੀ ਸੀ, ਠੀਕ ਹੈ ਜੀ। ਯਾਨੀ ਕਿ ਹੁਣ ਸ਼ਾਹਜਹਾਂ ਦੀ ਜਿਹੜੀ ਮਾਤਾ ਸੀ ਤੇ ਨੂਰਜਹਾਂ ਦੋਵਾਂ ਦੇ ਵਿੱਚ ਫਰਕ ਸੀ। ਨੂਰਜਹਾਂ ਜਿਹੜੀ ਸੀਗੀ ਇਹ ਵੀ ਪਤਨੀ ਸੀਗੀ ਜਹਾਂਗੀਰ ਦੀ, ਔਰ ਸ਼ਾਹਜਹਾਂ ਦੀ ਜਿਹੜੀ ਵਾਈਫ ਸੀ, ਸੌਰੀ ਮੰਮੀ ਸੀਗੀ, ਤਾਂ ਉਹ ਵੀ ਜਿਹੜੀ ਹੈ ਜਹਾਂਗੀਰ ਦੀ ਜਿਹੜੀ ਪਤਨੀ ਸੀ। ਤਾਂ ਤੁਹਾਨੂੰ ਪਤਾ ਨਾ ਮੁਸਲਿਮ ਸਮਾਜ 'ਚ ਜ਼ਿਆਦਾ ਵਿਆਹ ਕਰਵਾ ਸਕਦੇ ਨੇ, ਤਾਂ ਉਸ ਸਮੇਂ ਜਿਹੜੇ ਨੇ ਵਿਆਹ 3 ਵਿਆਹਾਂ ਤੋਂ ਵੀ ਜਿਹੜੇ ਜ਼ਿਆਦਾ ਹੋ ਜਾਂਦੇ ਸੀਗੇ। ਇਸ ਤਰੀਕੇ ਦੇ ਨਾਲ ਅੱਗੇ ਹੈ ਜੀ, ਸ਼ਾਹਜਹਾਂ ਨੇ ਕਿਸ ਦੀ ਯਾਦ ਉੱਪਰ ਜਿਹੜਾ ਤਾਜ ਮਹਿਲ ਬਣਵਾਇਆ ਸੀ? ਸਾਰਿਆਂ ਨੂੰ ਪਤਾ ਹੈ ਜੀ, ਦੱਸੋ ਕਿਹਦੀ ਯਾਦ 'ਚ ਬਣਵਾਇਆ? ਆਪਣੀ ਪਤਨੀ, ਆਪਣੀ ਪੁੱਤਰੀ, ਆਪਣੀ ਮਾਂ, ਇਹਨਾਂ ਵਿੱਚੋਂ ਕੋਈ ਨਹੀਂ। ਬਹੁਤ ਹੀ ਵਧੀਆ ਸਟੂਡੈਂਟਸ ਦੇ ਕਮੈਂਟ ਆ ਰਹੇ ਨੇ। ਹਾਂਜੀ ਬਿਲਕੁਲ ਰਾਈਟ ਹੈ ਜੀ ਤੁਹਾਡਾ। ਤਾਂ ਆਪਣੀ ਪਤਨੀ ਦੀ ਯਾਦ ਵਿੱਚ, ਠੀਕ ਹੈ ਜੀ, ਮੁਮਤਾਜ ਮਹਿਲ ਦੀ ਯਾਦ ਦੇ ਵਿੱਚ, ਠੀਕ ਹੈ। ਹੁਣ ਯਾਦ ਰੱਖ ਲਿਓ, ਮੁਮਤਾਜ ਮਹਿਲ ਦਾ ਜੇਕਰ ਮਕਬਰਾ ਪੁੱਛ ਲਵੇ ਤਾਂ ਉਹ ਤਾਜ ਮਹਿਲ ਦੇ ਹੇਠਾਂ ਹੀ ਬਣਿਆ ਹੋਇਆ, ਠੀਕ ਹੈ। ਮਕਬਰੇ ਦੇ ਉੱਪਰ ਇਸਨੇ ਤਾਜ ਮਹਿਲ ਜਿਹੜਾ ਉਹ ਬਣਵਾ ਦਿੱਤਾ ਸੀਗਾ। ਅੱਗੇ ਵਧਦੇ ਹਾਂ। ਅੱਗੇ ਸਟੂਡੈਂਟਸ ਆਪਣੇ ਕੋਲੇ ਅੱਜ ਦਾ 8ਵਾਂ ਪ੍ਰਸ਼ਨ ਹੈ, ਤਾਜ ਮਹਿਲ ਦੀ ਰੂਪ ਰੇਖਾ ਕਿਸ ਨੇ ਤਿਆਰ ਕੀਤੀ? ਦੱਸੋ ਜੀ, ਤਾਜ ਮਹਿਲ ਦੀ ਰੂਪ ਰੇਖਾ ਕਿੰਨੇ ਤਿਆਰ ਕੀਤੀ ਸੀਗੀ? ਇਹ ਤੇ ਆਪਣੇ ਕੋਲੇ ਪਈ ਹੈ ਆਪਸ਼ਨ ਉਸਤਾਦ ਈਸ਼ਾ, ਔਰ ਨਾਲ ਆਪਣੇ ਕੋਲੇ ਪਈ ਹੈ ਉਸਤਾਦ ਅਹਿਮਦ ਲਾਹੌਰੀ, ਬਾਦਲ ਖਾਨ, ਜਾਂ ਇਹਨਾਂ ਵਿੱਚੋਂ ਕੋਈ ਨਹੀਂ। ਤਾਂ ਦੇਖੋ ਜੀ ਰੂਪ ਰੇਖਾ ਤਿਆਰ ਕਰਨ ਵਾਲੇ ਪਹਿਲੇ ਨੰਬਰ ਵਾਲੇ ਨੇ ਉਸਤਾਦ ਈਸ਼ਾ ਜੀ। ਔਰ ਜੇਕਰ ਗੱਲ ਕਰੀਏ ਮੁੱਖ ਜਿਹੜਾ ਕਲਾਕਾਰ ਕੌਣ ਸੀ ਜਾਂ ਮੁੱਖ ਮਿਸਤਰੀ ਕਹਿ ਲਈਏ ਉਹ ਕੌਣ ਸੀ, ਤਾਂ ਉਹ ਸੀਗਾ ਜੀ ਉਸਤਾਦ ਅਹਿਮਦ ਲਾਹੌਰੀ ਸੀਗਾ, ਠੀਕ ਹੈ। ਔਰ ਹੁਣ ਆਪਾਂ ਬਾਦਲ ਖਾਨ ਦੇ ਬਾਰੇ ਵਿੱਚ ਵੀ ਗੱਲ ਕਰ ਲਈਏ ਤਾਂ ਦੇਖੋ ਇਹ ਨਿਰਮਾਣ ਕਲਾ ਦਾ ਜਿਹੜਾ ਸਥਾਪਨਾ ਕਲਾ ਜਾਂ ਆਰਕੀਟੈਕਚਰ ਕਲਾ ਦਾ ਜਿਹੜਾ ਸ਼ਾਹਜਹਾਂ ਦਾ ਸਾਰਾ ਟਾਈਮ ਪੀਰੀਅਡ ਬੀਤਿਆ, ਤਾਂ ਬਾਦਲ ਖਾਨ ਵੀ ਇੱਕ ਅਜਿਹਾ ਕਲਾਕਾਰ ਸੀ ਜਿਨੇ ਮਯੂਰ ਜਾਂ ਫਿਰ ਆਪਾਂ ਕਹਿ ਸਕਦੇ ਹਾਂ ਮੋਰ ਜਿਹੜਾ ਸਿੰਘਾਸਨ ਉਸ ਦਾ ਜਿਹੜਾ ਨਿਰਮਾਣ ਕਰਵਾਇਆ ਸੀ, ਠੀਕ ਹੈ ਜੀ। ਦੇਖੋ ਹੁਣ ਆਪਾਂ ਸਾਰੇ ਫੈਕਟ ਜਿਹੜੇ ਨੇ A ਤੋਂ ਲੈ ਕੇ C ਤੱਕ ਕਲੀਅਰ ਕੀਤੇ। ਹੁਣ ਸਾਡਾ ਕੁੱਬਾ ਲਰਨੋਲੋਜੀ ਚੈਨਲ ਦਾ ਮੇਨ ਮੋਟੀਵੇਟ ਇਹੀ ਹੈ ਕਿ ਤੁਹਾਨੂੰ ਇੱਕੋ ਕੁਐਸਚਨ ਦੇ ਵਿੱਚ ਵੱਧ ਤੋਂ ਵੱਧ ਜਿਹੜਾ ਪੜ੍ਹਾ ਦਿੱਤਾ ਜਾਵੇ ਤਾਂ ਕਿ ਜਿਹੜਾ ਸਟੂਡੈਂਟ ਵੱਧ ਤੋਂ ਵੱਧ ਵਧੀਆ ਪ੍ਰੈਪਰੇਸ਼ਨ ਕਰ ਸਕਣ। ਦੇਖੋ ਇਹਨਾਂ ਕੁਐਸਚਨਾਂ ਦੇ ਆਪਾਂ ਪੁਆਇੰਟ ਬਣਾਉਣੇ ਹੁੰਦੇ ਤਾਂ ਆਪਾਂ 4-5 ਕੁਐਸਚਨ ਹੀ ਐਕਸਟਰਾ ਕਰ ਲੈਣੇ ਸੀ, ਪਰ ਮੇਰੀ ਕੋਸ਼ਿਸ਼ ਇਹ ਹੁੰਦੀ ਹੈ ਜਿਹੜੇ ਪ੍ਰਸ਼ਨ ਘੱਟ ਹੋਣ ਪਰ ਉਹਦੇ ਵਿੱਚ ਗਿਆਨ ਦਾ ਭੰਡਾਰ ਇੰਨਾ ਕੁ ਜ਼ਿਆਦਾ ਹੋਵੇ ਕਿ ਵਿਦਿਆਰਥੀਆਂ ਨੂੰ ਚੰਗਾ ਲੱਗੇ ਔਰ ਚੰਗੀ ਜਿਹੜੀ ਆ ਸਮਝ ਲੱਗੇ। ਸਟੂਡੈਂਟਸ ਜੇਕਰ ਚੰਗੀ ਲੱਗ ਰਹੀ ਹੈ ਵੀਡੀਓ ਤਾਂ ਵੱਧ ਤੋਂ ਵੱਧ ਇਸ ਨੂੰ ਸ਼ੇਅਰ ਕਰਨਾ ਔਰ ਸਬਸਕ੍ਰਾਈਬ ਕਰਨਾ ਕੋਈ ਵੀ ਜਿਹੜਾ ਸਟੂਡੈਂਟ ਹੈ ਨਾ ਭੁੱਲੇ। ਅੱਗੇ ਸਟੂਡੈਂਟਸ ਆਪਣੇ ਕੋਲੇ ਅੱਜ ਦਾ 9ਵਾਂ ਪ੍ਰਸ਼ਨ ਹੈ, ਸ਼ਾਹਜਹਾਂ ਦੇ ਕਾਲ
ਜਾਂ ਸਮੇਂ ਨੂੰ ਕਿਹੜੇ ਸਮੇਂ ਵਜੋਂ ਜਾਣਿਆ ਜਾਂਦਾ? ਦੱਸੋ ਜੀ। ਵਸਤੂ ਕਲਾ ਜ਼ਿਆਦਾ ਸੀ ਉਸ ਸਮੇਂ 'ਚ, ਚਿੱਤਰ ਕਲਾ ਜ਼ਿਆਦਾ ਸੀ, ਜਾਦੂ ਕਲਾ ਜ਼ਿਆਦਾ ਸੀ ਜਾਂ ਸਥਾਪਿਤ ਕਲਾ? ਦੇਖੋ ਜੀ, ਆਰਕੀਟੈਕਚਰ ਦੀ ਜਿਹੜੀ ਕਲਾ ਸੀਗੀ ਜ਼ਿਆਦਾ ਸੀ, ਸਥਾਪਿਤ ਕਲਾ ਜਿਹੜੀ ਹੈ ਜ਼ਿਆਦਾ ਸੀ। ਬਹੁਤ ਸਾਰੇ ਜਿਹੜੇ ਨੇ ਨਿਰਮਾਣ ਕਰਵਾਏ। ਹੁਣ ਜੇਕਰ ਗੱਲ ਕਰ ਲਈਏ ਆਪਾਂ ਨਿਰਮਾਣਾਂ ਦੀ, ਤਾਂ ਕਿਹੜਾ ਕਿਹੜਾ ਕਰਵਾਇਆ ਸੀ? ਦਿੱਲੀ ਦਾ ਲਾਲ ਕਿਲਾ, ਜਿਹੜਾ ਤੁਸੀਂ ਦੇਖਣ ਜਾਂਦੇ ਹੋ ਨਾ ਸੀਸਗੰਜ ਗੁਰਦੁਆਰੇ ਦੇ ਬਿਲਕੁਲ ਸਾਹਮਣੇ ਆ, ਤਾਂ ਜਿੱਥੇ ਕੀ ਹੈ 26 ਜਨਵਰੀ ਨੂੰ ਰਾਸ਼ਟਰਪਤੀ ਝੰਡਾ ਲਹਿਰਾਉਂਦਾ ਔਰ 15 ਅਗਸਤ ਨੂੰ ਕੌਣ ਲਹਿਰਾਉਂਦਾ? ਝੰਡਾ ਪ੍ਰਧਾਨ ਮੰਤਰੀ ਜੀ। ਠੀਕ ਹੈ ਜੀ, ਉਹੀ ਦਿੱਲੀ ਦਾ ਲਾਲ ਕਿਲਾ, ਜਿੱਥੇ ਕੀ ਹੈ ਪਰੇਡ ਹੁੰਦੀ ਹੈ ਜਦੋਂ ਆਪਾਂ ਕੋਈ ਵੀ ਸੰਵਿਧਾਨਿਕ ਤੌਰ ਤੇ ਕੋਈ ਵੀ ਆਪਾਂ ਤਿਉਹਾਰ ਜਿਹੜਾ ਮਨਾਉਣੇ ਆ, ਚਾਹੇ ਉਹ ਗਣਤੰਤਰ ਦਿਵਸ ਹੋਵੇ ਜਾਂ ਸੁਤੰਤਰ ਦਿਵਸ ਹੋਵੇ। ਤਾਂ ਨਾਲ ਹੀ ਹੋਰ ਗੱਲ ਕਰ ਲਈਏ, ਹੋਰ ਇਹਨੇ ਕੀ ਬਣਵਾਇਆ ਸੀ? ਤਾਂ ਹੋਰ ਬਣਵਾਇਆ ਸੀ ਜੀ ਇਹਨੇ ਦੀਵਾਨ ਇਹ ਖਾਸ ਤੇ ਦੀਵਾਨ ਇਹ ਆਮ, ਇਹ ਵੀ ਇਹਨੇ ਹੀ ਬਣਵਾਏ ਸੀ। ਦੀਵਾਨ ਇਹ ਖਾਸ ਤੇ ਦੀਵਾਨ ਇਹ ਆਮ। ਔਰ ਨਾਲ ਹੀ ਇਹਨੇ ਹੋਰ ਕੀ ਬਣਵਾਇਆ ਸੀ? ਦਿੱਲੀ ਦਾ ਜਿਹੜਾ ਜਾਮਾ ਮਸਜਿਦ, ਠੀਕ ਹੈ ਜੀ, ਜਾਮਾ ਮਸਜਿਦ ਜਿਹੜੀ ਦਿੱਲੀ ਦੀ, ਉਹ ਵੀ ਜਿਹੜੀ ਆ ਇਸਨੇ ਬਣਵਾਈ ਸੀ। ਕਿਉਂ ਕਿਹਾ ਜਾਂਦਾ ਇਸ ਨੂੰ ਭਵਨ ਨਿਰਮਾਣ ਕਲਾ ਜਾਂ ਫਿਰ ਸਥਾਪਿਤ ਕਲਾ ਕਿਉਂ ਮੰਨਿਆ ਜਾਂਦਾ ਹੈ? ਕਿਉਂਕਿ ਇਸਨੇ ਬਹੁਤ ਸਾਰੇ ਅਜਿਹੇ ਕੰਮ ਬਣਵਾਏ ਸੀ। ਔਰ ਨਾਲ ਹੀ ਇਸਨੇ ਆਗਰਾ ਦੇ ਵਿੱਚ, ਠੀਕ ਹੈ ਜੀ, ਆਗਰਾ ਦੇ ਵਿੱਚ ਇਹਨੇ ਬਣਵਾਇਆ ਸੀਗਾ ਮੋਤੀ ਮਸਜਿਦ। ਇਸ ਤਰੀਕੇ ਦੇ ਨਾਲ ਤੁਸੀਂ ਯਾਦ ਰੱਖ ਸਕਦੇ ਹੋ ਸਾਰਾ ਕੁਝ। ਔਰ ਨਾਲ ਹੀ ਤਾਜ ਮਹਿਲ ਤਾਂ ਤੁਹਾਨੂੰ ਮੈਂ ਕਰਵਾ ਹੀ ਦਿੱਤਾ। ਔਰ ਲਾਹੌਰ ਜਿਹੜਾ ਕਿਲੇ ਦੇ ਵਿੱਚ ਕੀ ਬਣਾਇਆ ਸੀ? ਲਾਹੌਰ ਕਿਲੇ ਦੇ ਵਿੱਚ ਇਹਨੇ ਬਣਵਾਇਆ ਸੀਗਾ ਸ਼ੀਸ਼ ਮਹਿਲ। ਇਹ ਚੀਜ਼ਾਂ ਤੁਸੀਂ ਯਾਦ ਰੱਖਣੀਆਂ ਨੇ। ਕੋਈ ਵੀ ਵਿਦਿਆਰਥੀ ਇਹਨਾਂ ਪੁਆਇੰਟਾਂ ਤੋਂ ਹਟ ਕੇ ਨਾ ਜਾਵੇ। ਜੇਕਰ ਤੁਹਾਨੂੰ ਨਹੀਂ ਯਾਦ ਰਹਿੰਦਾ, ਮੈਂ ਜਦੋਂ ਕਰਵਾ ਰਿਹਾ ਹੁੰਨਾ ਤਾਂ ਨਾਲ ਕਾਪੀ ਪੈਨ ਚੱਕ ਲੈਣਾ, ਸ਼ੋਰਟ ਨੋਟ ਬਣਾ ਲੈਣੇ। ਇੰਨਾ ਕੁਝ ਜਿਹੜਾ ਸੀ ਸ਼ਾਹਜਹਾਂ ਨੇ ਬਣਵਾਇਆ ਸੀ, ਜਿਸ ਦੇ ਕਰਕੇ ਇਸ ਨੂੰ ਕੀ ਕਿਹਾ ਜਾਂਦਾ? ਸਥਾਪਿਤ ਕਲਾ ਦਾ ਕਾਲ ਕਿਹਾ ਜਾਂਦਾ ਜਾਂ ਸਮਾਂ ਕਿਹਾ ਜਾਂਦਾ। ਚਲੋ ਜੀ, ਅੱਗੇ ਆ ਸਟੂਡੈਂਟਸ, ਆਪਣੇ ਕੋਲੇ ਅੱਜ ਦਾ 10ਵਾਂ ਪ੍ਰਸ਼ਨ। ਸ਼ਾਹਜਹਾਂ ਨੇ ਅਹਿਮਦਨਗਰ ਨੂੰ ਮੁਗਲ ਸਾਮਰਾਜ ਵਿੱਚ ਕਦੋਂ ਸ਼ਾਮਿਲ ਕੀਤਾ? ਦੱਸੋ ਜੀ, ਮੁਗਲ ਸਾਮਰਾਜ ਚ ਕਦੋਂ ਸ਼ਾਮਿਲ ਕੀਤਾ ਸੀਗਾ? 1618 ਚ, 1628 ਚ, 1632 ਚ ਜਾਂ 1642 ਚ? ਤਾਂ ਇਹਨੇ ਸ਼ਾਮਿਲ ਕੀਤਾ ਸੀ 1600 ਤੇ 32 ਈਸਵੀ ਦੇ ਵਿੱਚ। ਇੱਥੇ ਆਪਣੀ ਸੀ ਆਪਸ਼ਨ ਬਿਲਕੁਲ ਸਹੀ ਹੋ ਜਾਏਗੀ। ਅੱਗੇ ਵਧਦੇ ਹਾਂ ਸਟੂਡੈਂਟਸ। ਅੱਗੇ ਸਾਡੇ ਕੋਲੇ ਅੱਜ ਦਾ 11 ਨੰਬਰ ਪ੍ਰਸ਼ਨ ਹੈ। 1638 ਈਸਵੀ ਵਿੱਚ ਸ਼ਾਹਜਹਾਂ ਨੇ ਆਗਰਾ ਤੋਂ ਕਿੱਥੇ ਲੈ ਕੇ ਜਾਣ ਲਈ, ਇੱਥੇ ਆਣਾ ਸੀ ਆਗਰਾ ਤੋਂ ਰਾਜਧਾਨੀ ਕਿੱਥੇ ਲੈ ਕੇ ਜਾਣ ਲਈ ਸ਼ਹਿਜਾਨਾਬਾਦ ਦੀ ਜਿਹੜੀ ਹੈ ਨੀਂਹ ਰੱਖੀ? ਦੇਖੋ, ਆਪਣੇ ਨਾਮ ਦੀ ਜਿਹੜੀ ਨੀਂਹ ਰੱਖ ਗਿਆ ਸੀ, ਆਪਣੇ ਨਾਮ ਦਾ, ਠੀਕ ਹੈ। ਜੇਕਰ ਨਦੀ ਪੁੱਛ ਲੈਣ ਤਾਂ ਉਹ ਕਿੱਥੇ ਸੀ? ਜਮਨਾ ਨਦੀ ਦੇ ਤੱਟ ਉੱਪਰ, ਠੀਕ ਹੈ ਜੀ। ਕਿਹੜੀ ਨਦੀ ਸੀ? ਜਮਨਾ ਨਦੀ ਦੇ ਤੱਟ ਉੱਪਰ। ਤਾਂ ਕਿੱਥੇ ਲੈ ਗਿਆ ਸੀ ਆਗਰਾ ਤੋਂ ਆਪਣੀ ਰਾਜਧਾਨੀ ਨੂੰ? ਦੱਸੋ ਜੀ, ਲਾਹੌਰ ਚ, ਆਗਰਾ, ਫਤਿਹਪੁਰ ਸਿਕਰੀ ਜਾਂ ਦਿੱਲੀ ਚ, ਜਿਹਦੇ ਜਮਨਾ ਨਦੀ ਦੇ ਤੱਟ ਦੇ ਉੱਪਰ ਕੀ ਕਰਦਾ? ਸ਼ਾਹਜਹਾਨਾਬਾਦ ਇਲਾਕੇ ਦੀ ਜਿਹੜੇ ਆ ਨਿਰਮਾਣ ਕਰਵਾਉਂਦਾ, ਠੀਕ ਹੈ ਜੀ, ਇਸ ਤਰੀਕੇ ਦੇ ਨਾਲ। ਚਲੋ ਸਟੂਡੈਂਟ, ਬਹੁਤ ਹੀ ਵਧੀਆ ਲੱਗ ਰਿਹਾ। ਸਟੂਡੈਂਟ ਨਾਲ ਕਮੈਂਟ ਕਰ ਰਹੇ ਨੇ ਔਰ ਨਾਲ ਜਿਹੜਾ ਮਿਲਾਉਂਦੇ ਜਾਣ ਆਪਣੇ ਪ੍ਰਸ਼ਨਾਂ ਨੂੰ। ਅੱਗੇ ਸਟੂਡੈਂਟਸ, ਆਪਣੇ ਕੋਲੇ ਅੱਜ ਦਾ ਅਗਲਾ ਪ੍ਰਸ਼ਨ ਹੈ। ਮੁਹੰਮਦ ਫਕੀਰ ਅਤੇ ਮੀਰ ਹਾਸਿਮ ਜਾਂ ਹਾਸ਼ਿਮ ਸ਼ਾਹਜਹਾਂ ਦੇ ਦਰਬਾਰ ਵਿੱਚ ਕੀ ਸਨ? ਇਹ ਦੋ ਵਿਅਕਤੀ ਸੀਗੇ ਜਿਹੜੇ ਆਹ ਵਾਲੇ ਦੋਵੇਂ। ਤਾਂ ਸ਼ਾਹਜਹਾਂ ਦੇ ਦਰਬਾਰ 'ਚ ਕੀ ਕੰਮ ਕਰਦੇ ਸੀ? ਗਾਇਕ ਸੀ, ਸਿੰਗਰ ਸੀ ਜਾਂ ਚਿੱਤਰਕਾਰੀ ਦਾ ਕੰਮ ਕਰਦੇ ਸੀ ਜਾਂ ਵਜ਼ੀਰ ਸੀ ਜਾਂ ਫਿਰ ਇਹ ਕੰਮ ਕਰਦੇ ਸੀ ਨਿਸ਼ਾਨੇਬਾਜ਼ੀ ਦਾ? ਤਾਂ ਇਹ ਸੀਗੇ ਜੀ ਚਿੱਤਰਕਾਰ, ਠੀਕ ਹੈ। ਮੋਸਟ ਇੰਪੋਰਟੈਂਟ ਪ੍ਰਸ਼ਨ ਹੈ, 2 ਵਾਰੀ ਪੇਪਰ ਦੇ ਵਿੱਚ ਪੁੱਛ ਚੁੱਕੇ ਆ, ਠੀਕ ਹੈ ਜੀ। SSC ਦਾ ਪੇਪਰ ਹੋਇਆ ਸੀ ਨਾ, ਉਹਦੇ ਵਿੱਚ 2 ਵਾਰੀ ਇਹ ਪ੍ਰਸ਼ਨ ਜਿਹੜਾ ਆ ਚੁੱਕਿਆ। ਅੱਗੇ ਵਧਦੇ ਹਾਂ ਸਟੂਡੈਂਟਸ। ਅੱਗੇ ਸਾਡੇ ਕੋਲੇ ਅੱਜ ਦਾ 13ਵਾਂ ਪ੍ਰਸ਼ਨ। ਹਿੰਦੀ ਦੇ ਕਵੀ ਜਗਨਨਾਥ ਨੂੰ ਕਿਹੜੀ ਉਪਾਧੀ ਦਿੱਤੀ? ਦੇਖੋ, ਹਿੰਦੀ ਦੀਆਂ ਆਪਾਂ ਪੋਇਮਾਂ ਪੜ੍ਹਦੇ ਆ ਨਾ, ਮੇਥਲੀ ਸ਼ਰਨ ਗੁਪਤ ਜਾਂ ਫਿਰ ਮੁੰਸ਼ੀ ਪ੍ਰੇਮਚੰਦ ਔਰ ਜਾਂ ਜਗਨਨਾਥ ਦੀਆਂ, ਜਦੋਂ ਵੀ ਕੋਈ ਲਿਟਰੇਚਰ ਪੜ੍ਹਦਾ ਹਿੰਦੀ ਦਾ ਤਾਂ ਉਹਦੇ ਵਿੱਚ ਜਗਨਨਾਥ ਦਾ ਜਿਹੜਾ ਜ਼ਿਕਰ ਹੈ ਜ਼ਰੂਰ ਹੁੰਦਾ। ਤਾਂ ਦੱਸੋ ਜੀ, ਉਸ ਨੂੰ ਜਿਹੜੀ ਹੈ ਕਿਹੜੀ ਉਪਾਧੀ ਦਿੱਤੀ ਸੀ? ਇਹ ਪੁੱਛਿਆ ਆਪਣੇ ਕੋਲੋਂ। ਤਾਂ ਗੁਣ ਸਮੁੰਦਰ ਦੀ, ਵਜ਼ੀਰ ਦੀ, ਗਾਜੀ ਦੀ ਜਾਂ ਮਹਾਕਾਵ ਰਾਏ ਦੀ? ਤਾਂ ਦੱਸੋ ਜੀ, ਕਿਹੜੀ ਦਿੱਤੀ ਸੀ? ਤਾਂ ਮਹਾਕਾਵ ਰਾਏ ਦੀ, ਠੀਕ ਹੈ। ਤਾਂ ਇਹ ਕੀ ਸੀਗਾ? ਹਿੰਦੀ ਦਾ ਜਿਹੜਾ ਕਵੀ ਸੀਗਾ, ਠੀਕ ਹੈ, ਜਿਸ ਕਰਕੇ ਇਹਨੂੰ ਮਹਾਕਾਵ ਰਾਏ ਦਿੱਤੀ। ਔਰ ਯਾਦ ਰੱਖ ਲਿਓ, ਗੁਣ ਸਮੁੰਦਰ ਦੀ ਉਪਾਧੀ ਵੀ ਇਹਨੇ ਦਿੱਤੀ ਸੀ। ਤਾਂ ਉਹ ਕੌਣ ਕੀਤੀ ਸੀ, ਕਿਹਨੂੰ ਦਿੱਤੀ ਸੀ? ਤਾਂ ਉਹ ਸੀਗਾ ਸੰਗੀਤ ਵਿਦਿਆ ਵਾਲਾ ਜਾਂ ਸੰਗੀਤਕਾਰ। ਤਾਂ ਉਹ ਕਿਹੜਾ ਸੀਗਾ? ਲਾਲ ਖਾਂ, ਠੀਕ ਹੈ। ਇਸ ਤਰੀਕੇ ਦੇ ਨਾਲ ਦੇਖੋ, ਆਪਾਂ ਕਿੰਨੇ ਹੀ ਫੈਕਟ ਇੱਕ ਪ੍ਰਸ਼ਨ ਦੇ ਵਿੱਚੋਂ ਜਿਹੜਾ ਕਲੀਅਰ ਕਰ ਰਹੇ ਹਾਂ। ਅੱਗੇ ਹੈ ਜੀ, ਕਿਸ ਦੀ ਮੌਤ ਦੀ 1657 ਈਸਵੀ ਦੇ ਵਿੱਚ ਅਫਵਾਹ ਉੱਡੀ ਸੀ? ਦੱਸੋ ਜੀ, 1657 ਚ ਕੀ ਹੁੰਦਾ?
ਇਹ ਨਾ ਬਿਮਾਰ ਪੈ ਜਾਂਦਾ, ਕੌਣ? ਸ਼ਾਹਜਹਾਂ। ਠੀਕ ਹੈ, ਇਹ ਆਪਸ਼ਨ ਸਹੀ ਆ। ਇਹ ਬਿਮਾਰ ਪੈ ਜਾਂਦਾ ਜਿਹਦੀ ਮੌਤ ਦੀ ਜਿਹੜੀ ਆ ਖਬਰ ਉੱਡ ਪੈਂਦੀ ਆ, ਜਿਹਦੇ ਵਿੱਚ ਕੀ ਆ, ਸ਼ਾਹਜਹਾਂ ਦੇ ਪੁੱਤਰ ਆਪਸ ਦੇ ਵਿੱਚ ਲੜਦੇ ਨੇ। ਕਾਰਨ ਕੀ ਸੀ? ਗੱਦੀ ਨੂੰ ਹਾਸਲ ਕਰਨਾ। ਠੀਕ ਹੈ ਜੀ, ਗੱਦੀ ਨੂੰ ਹਾਸਲ ਕਰਨਾ। ਔਰ ਇਹਦਾ ਜਿਹੜਾ ਮੇਨ ਪੁੱਤਰ ਸੀ ਜਿਹਨੂੰ ਵਿਦਵਾਨ ਵੀ ਮੰਨਿਆ ਜਾਂਦਾ, ਤਾਂ ਉਹ ਕੌਣ ਸੀਗਾ? ਦਾਰਾ ਸ਼ਿਕੋ। ਠੀਕ ਹੈ, ਤਾਂ ਇਹ ਕੌਣ ਸੀ? ਇਹ ਵਿਦਵਾਨ ਵੀ ਸੀ। ਇਸ ਬੰਦੇ ਨੇ ਬਹੁਤ ਹੀ ਜ਼ਿਆਦਾ ਉਪਨਿਸ਼ਦ, ਜਾਂ ਫਿਰ ਆਪਾਂ ਗੱਲ ਕਰ ਲਈਏ ਰਮਾਇਣ। ਠੀਕ ਹੈ ਜੀ, ਰਮਾਇਣ ਸੁਣੀ ਨਾ ਸਾਰਿਆਂ ਨੇ? ਰਮਾਇਣ ਜਿਹਦੇ ਚ ਰਾਮ, ਲਕਸ਼ਮਣ, ਸੀਤਾ ਔਰ ਲੰਕਾ ਦੀਆਂ ਜਿਹੜੀਆਂ ਨੇ ਸਟੋਰੀਆਂ, ਜਾਂ ਫਿਰ ਆਪਾਂ ਕਵਾਂਗੇ ਇਤਿਹਾਸ ਜਿਹੜਾ ਦੱਸਿਆ ਗਿਆ, ਔਰ ਜਾਂ ਫਿਰ ਇਹਦੇ ਵਿੱਚ ਕੀ ਆ, ਆਪਾਂ ਕਵਾਂਗੇ ਉਹਨਾਂ ਦੇ ਬਚਨ ਜਿਹੜੇ ਨੇ ਲਿਖੇ ਗਏ ਨੇ। ਠੀਕ ਹੈ ਜੀ, ਤਾਂ ਉਹਦਾ ਅਨੁਵਾਦ ਕਰਵਾਇਆ ਸੀ ਇਹਨੇ ਫਾਰਸੀ ਚ। ਪੇਪਰ ਵਿੱਚ ਪ੍ਰਸ਼ਨ ਆ ਸਕਦਾ ਕਿ ਦਾਰਾ ਸ਼ਿਕੋ ਨੇ ਕਿਹੜੀ ਭਾਸ਼ਾ ਵਿੱਚ ਰਮਾਇਣ ਦਾ ਜਿਹੜਾ ਅਨੁਵਾਦ ਕਰਵਾਇਆ, ਤਾਂ ਉਹ ਕਿਹੜੀ ਭਾਸ਼ਾ ਸੀਗੀ? ਫਾਰਸੀ ਭਾਸ਼ਾ। ਹੁਣ ਇਹਨਾਂ ਦੇ ਪੁੱਤਰਾਂ 'ਚ ਆਪਸ 'ਚ ਫੁੱਟ ਪੈਣ ਲੱਗ ਪੈਂਦੀ। ਉਹ ਕਹਿੰਦਾ ਗੱਦੀ ਉੱਪਰ ਮੈਂ ਬੈਠੂੰਗਾ, ਉਹ ਕਹਿੰਦਾ ਮੈਂ ਬੈਠੂੰਗਾ। ਹੁਣ ਇੱਕ ਗੱਲ ਹੋਰ ਯਾਦ ਰੱਖ ਲਿਓ, ਦਾਰਾ ਸ਼ਿਕੋ ਸੀ ਨਾ ਜਿਹੜਾ, ਉਹ ਸੀਗਾ ਜਿਹੜਾ ਕਾਦਰੀ ਸਿਲਸਿਲਾ ਸੀਗਾ, ਕਾਦਰੀ ਸਿਲਸਿਲਾ। ਠੀਕ ਹੈ, ਤਾਂ ਉਹਨਾਂ ਦਾ ਸੀਗਾ ਮੁੱਲਾ ਸ਼ਾਹ। ਠੀਕ ਹੈ ਜੀ, ਮੁੱਲਾ ਸ਼ਾਹ ਬਦਖਸ਼ਾਂ, ਉਹਦਾ ਕੀ ਸੀ? ਚੇਲਾ ਸੀ। ਠੀਕ ਹੈ, ਜਿਹਦੇ ਕਰਕੇ ਜਿਹੜਾ ਇਹ ਵਿਦਵਾਨ ਬਣਦਾ। ਤਾਂ ਯਾਦ ਰੱਖ ਲੈਣਾ ਕਿ ਇਹਦੀ ਜਿਹੜੀ ਹੈ ਮੌਤ ਦੀ, ਸ਼ਾਹਜਹਾਂ ਦੀ 1657 ਚ ਅਫਵਾਹ ਜਿਹੜੀ ਉੱਡਦੀ, ਜਿਹਦੇ ਕਰਕੇ ਦੇ ਪੁੱਤਰ ਨੇ ਆਪਸ ਦੇ ਵਿੱਚ ਲੜਾਈਆਂ ਕਰਨ ਲੱਗ ਪੈਂਦੇ ਨੇ। ਠੀਕ ਹੈ ਜੀ, ਅੱਗੇ ਆਪਣੇ ਕੋਲੇ ਅੱਜ ਦਾ ਅਗਲਾ ਪ੍ਰਸ਼ਨ ਹੈ ਕਿ ਧਰਮਮਠ, ਠੀਕ ਹੈ, ਜਾਂ ਇੱਥੇ ਟ ਵੀ ਲਿਖਿਆ ਆ ਜਾਂਦਾ। ਠੀਕ ਹੈ, ਟ ਟਮਾਟਰ ਵਾਲਾ। ਧਰਮਮਠ ਦਾ ਜਿਹੜਾ ਯੁੱਧ ਹੈ ਔਰੰਗਜ਼ੇਬ ਅਤੇ ਕਿਸ ਦੇ ਵਿਚਕਾਰ ਹੋਇਆ ਸੀ? ਦੱਸੋ ਜੀ। ਔਰੰਗਜ਼ੇਬ ਤੇ ਹੋਰ ਕਿਹਦੇ ਵਿਚਕਾਰ ਹੋਇਆ? ਤਾਂ ਦਾਰਾ ਸ਼ਿਕੋ ਦੇ ਵਿਚਕਾਰ ਹੋਇਆ, ਹਮਾਯੂ ਦੇ, ਹਿਮੂ ਦੇ, ਜਾਂ ਸੁਲਤਾਨ ਦੇ? ਤਾਂ ਦਾਰਾ ਸ਼ਿਕੋ ਦੇ ਵਿਚਕਾਰ ਹੋਇਆ ਸੀ। ਦੇਖੋ, ਔਰੰਗਜ਼ੇਬ ਜਦੋਂ ਅਫਵਾਹ ਉੱਡਦੀ ਹੈ ਨਾ, ਤਾਂ ਔਰੰਗਜ਼ੇਬ ਉਦੋਂ ਤਾਂ ਸੀਗਾ ਦੱਖਣ ਦੇ ਇਲਾਕੇ 'ਚ, ਦੱਖਣ 'ਚ। ਪਰ ਕੀ ਹੈ, ਅਫਵਾਹ ਉੱਡਣ ਤੋਂ ਬਾਅਦ ਉਹਨੂੰ ਪਤਾ ਲੱਗ ਜਾਂਦਾ ਕਿ ਇਹ ਤਾਂ ਕਮਜ਼ੋਰ ਕਰ ਦਿਆਂਗਾ ਮੈਂ ਜਾ ਕੇ, ਤਾਂ ਉਹ ਜਿਹੜਾ ਉੱਤਰ ਵਾਲੇ ਪਾਸੇ ਨੂੰ ਚੜ੍ਹ ਆਉਂਦਾ ਔਰ ਆ ਕੇ ਦਾਰਾ ਸ਼ਿਕੋ ਦੇ ਨਾਲ ਕੀ ਆ, ਮੱਥਾ ਲਾਉਂਦਾ। ਤੇ ਜਿਹਦੇ ਵਿੱਚ ਕੀ ਦਾਰਾ ਸ਼ਿਕੋ ਹਾਰ ਜਾਂਦਾ ਧਰਮਮਠ ਦੇ ਯੁੱਧ ਦੇ ਵਿੱਚ। ਜੇਕਰ ਇਹ ਗੱਲ ਕਰੀਏ ਯੁੱਧ ਕਦੋਂ ਹੋਇਆ ਸੀ, ਤਾਂ 15 ਅਪ੍ਰੈਲ 1658 ਈਸਵੀ ਚ। ਠੀਕ ਹੈ, ਇਸ ਤਰੀਕੇ ਨਾਲ ਆ ਸਾਰੀ ਕਹਾਣੀ, ਇਸ ਨੂੰ ਯਾਦ ਰੱਖਣਾ ਚੰਗੀ ਤਰ੍ਹਾਂ ਸਾਰਿਆਂ ਨੇ। ਅੱਗੇ ਹੈ ਜੀ ਸਾਮੂਗੜ੍ਹ ਦਾ ਯੁੱਧ। ਜਿਹੜਾ ਹੋਇਆ ਸੀ, ਇਹਦੇ ਵਿੱਚ ਹਾਰ ਕਿਹਦੀ ਹੋਈ ਸੀ? ਠੀਕ ਹੈ, ਤਾਂ ਇਹ ਸਾਮੂਗੜ੍ਹ ਦਾ ਯੁੱਧ ਹੈ ਜਿਹੜਾ, ਇਹ ਵੀ ਔਰੰਗਜ਼ੇਬ ਦੇ ਵਿਚਕਾਰ ਹੀ ਹੋਇਆ। ਠੀਕ ਹੈ, ਤਾਂ ਇਹਦੇ ਵਿੱਚ ਜਿਹੜੀ ਹਾਰ ਹੋ ਗਈ ਸੀ ਦਾਰਾ ਦੀ। ਠੀਕ ਹੈ, ਦਾਰਾ ਸ਼ਿਕੋ ਹੀ ਹਾਰ ਗਿਆ ਸੀ। ਤਾਂ ਕਦੋਂ ਹੋਇਆ ਸੀ? 29 ਮਈ 1658 ਈਸਵੀ ਦੇ ਵਿੱਚ। ਇਸ ਤਰੀਕੇ ਦੇ ਨਾਲ ਤੁਸੀਂ ਯਾਦ ਰੱਖਣਾ ਸਾਰਿਆਂ ਨੇ। ਅੱਗੇ ਹੈ ਜੀ ਇਸਲਾਮ ਧਰਮ ਦੀ ਉਲੰਘਣਾ ਕਰਨ ਕਰਕੇ ਕਿਸ ਦੀ ਹੱਤਿਆ ਕਰ ਦਿੱਤੀ? ਦੇਖੋ ਜੀ, ਇਸਲਾਮ ਧਰਮ ਦੀ ਉਲੰਘਣਾ ਕਰ ਦਿੱਤੀ ਸੀ, ਜਿਹਦੇ ਕਰਕੇ ਉਹਦੀ ਜਿਹੜੀ ਆ ਹੱਤਿਆ ਕਰ ਦਿੱਤੀ ਸੀ। ਔਰ ਹੱਤਿਆ ਪੁੱਛੀ ਹੈ ਕਿੰਦੀ ਕੀਤੀ? ਦਾਰਾ ਸ਼ਿਕੋ ਦੀ, ਹਮਾਯੂ ਦੀ, ਹਿਮੂ ਦੀ, ਜਾਂ ਸੁਲਤਾਨ ਦੀ? ਤਾਂ ਦੇਖੋ ਜੀ, ਦਾਰਾ ਸ਼ਿਕੋ ਦੀ ਜਿਹੜੀ ਹੱਤਿਆ ਕਰ ਦਿੱਤੀ ਜਾਂਦੀ ਆ, ਕਦੋਂ ਕੀਤੀ ਜਾਂਦੀ ਆ? 30 ਅਗਸਤ 1659 ਈਸਵੀ ਦੇ ਵਿੱਚ। ਇਸ ਤਰ੍ਹਾਂ ਸਾਰਿਆਂ ਨੇ ਯਾਦ ਰੱਖਣਾ। ਠੀਕ ਹੈ ਜੀ, ਚਲੋ ਜੀ ਅੱਗੇ ਵਧਦੇ ਹਾਂ। ਅੱਗੇ ਹੈ ਜੀ ਕੰਕਬਾੜੀ ਕਿਲੇ ਦਾ ਨਿਰਮਾਣ ਜਿਹੜਾ ਕਿੰਨੇ ਕਰਵਾਇਆ ਸੀ? ਦੱਸੋ ਜੀ। ਹੁਣ ਮੈਂ ਦੱਸ ਦਿਆਂ ਕੰਕਬਾੜੀ ਦਾ ਕਿਲਾ ਹੈਗਾ ਕਿੱਥੇ ਆ? ਇਹ ਹੈਗਾ ਜੀ ਅਲਵਰ ਚ, ਅਲਵਰ ਦੇ ਵਿੱਚ। ਠੀਕ ਹੈ, ਅਲਵਰ ਕਿੱਥੇ ਆ? ਰਾਜਸਥਾਨ ਦੇ ਵਿੱਚ। ਠੀਕ ਹੈ, ਇਹ ਜਿਹੜਾ ਨਿਰਮਾਣ ਹੈ ਇਹ ਕਿੰਨੇ ਕਰਵਾਇਆ ਸੀਗਾ? ਦਾਰਾ ਸ਼ਿਕੋ ਨੇ, ਜੈਚੰਦ ਨੇ, ਜਾਂ ਜੈ ਸਿੰਘ ਦੂਜੇ ਨੇ, ਜਾਂ ਇਹਨਾਂ ਵਿੱਚੋਂ ਕੋਈ ਨਹੀਂ? ਤਾਂ ਦੇਖੋ ਜੀ, ਜੈ ਸਿੰਘ ਦੂਜੇ ਨੇ ਕਰਵਾਇਆ ਸੀ ਔਰ ਦਾਰਾ ਸ਼ਿਕੋ ਇੱਥੇ ਜਾ ਕੇ ਲੰਮਾ ਸਮੇਂ ਤੱਕ ਰੁਕਿਆ ਸੀ। ਠੀਕ ਹੈ ਜੀ, ਇਸ ਤਰੀਕੇ ਦੇ ਨਾਲ ਤੁਸੀਂ ਯਾਦ ਰੱਖ ਲੈਣਾ। ਅੱਗੇ ਹੈ ਜੀ ਦਾਰਾ ਸ਼ਿਕੋ ਕਿਸ ਦੇ ਨਾਮ ਨਾਲ ਜਾਣਿਆ ਜਾਂਦਾ ਸੀ? ਦੱਸੋ ਜੀ। ਦਾਰਾ ਸ਼ਿਕੋ ਨੂੰ ਹੋਰ ਕੀ ਕਿਹਾ ਜਾਂਦਾ ਸੀ? ਸ਼ਾਹ ਬੁਲੰਦ ਇਕਬਾਲ, ਸ਼ਾਹੀ ਰਾਜਾ, ਮੋਟਾ ਰਾਜਾ, ਜਾਂ ਇਹਨਾਂ ਵਿੱਚੋਂ ਕੋਈ ਨਹੀਂ? ਤਾਂ ਇਹ ਆਪਸ਼ਨ ਸਟੂਡੈਂਟਸ ਇੱਥੇ ਬਿਲਕੁਲ ਸਹੀ ਹੋ ਜਾਏਗੀ, ਸ਼ਾਹ ਬੁਲੰਦ ਇਕਬਾਲ। ਬਹੁਤ ਹੀ ਵਧੀਆ ਸਟੂਡੈਂਟਸ ਲੱਗ ਰਿਹਾ, ਬਹੁਤ ਵਧੀਆ ਤੁਹਾਡੇ ਜਿਹੜੇ ਨੇ ਕਮੈਂਟ ਆ ਰਹੇ ਨੇ। ਅੱਜ ਸੰਡੇ ਹੋਣ ਦੇ ਕਰਕੇ ਆਪਾਂ ਵੀਡੀਓ ਜਿਹੜੀ ਆ ਸਵੇਰ ਸ਼ੇਅਰ ਨਹੀਂ ਕਰ ਸਕੇ, ਜਿਸ ਦੇ ਕਰਕੇ ਕੀ ਆਪਾਂ ਨੂੰ ਹੁਣ ਲਾਈਵ ਸੈਸ਼ਨ ਜਿਹੜਾ ਲੈਣਾ ਪੈ ਰਿਹਾ ਹੈ। ਅੱਗੇ ਤੋਂ ਜਿਹੜੀਆਂ ਵੀਡੀਓਜ਼ ਨੇ ਉਹ ਸਵੇਰ 9 ਵਜੇ ਆਇਆ ਕਰਨਗੀਆਂ, ਔਰ ਜਿਹੜੇ ਸਟੂਡੈਂਟ ਰਹਿ ਜਾਂਦੇ ਨੇ ਲੈਕਚਰ ਲਵਾਉਣ ਤੋਂ, ਤਾਂ ਉਹ ਸਟੂਡੈਂਟ ਕੀ ਨੇ ਅੱਗੇ ਸ਼ਾਮ ਨੂੰ ਜਿਹੜਾ ਉਹ ਵੀਡੀਓ ਆਪਣੇ ਚੈਨਲ ਉੱਪਰ ਹੀ ਪਈ ਹੁੰਦੀ ਹੈ, ਦੇਖ ਸਕਦੇ ਨੇ। ਔਰ ਸਾਡੀ ਇਹ ਪਲੇਲਿਸਟ ਵੀ ਬਣ ਰਹੀ ਹੈ ਮੈਡੀਵਲ ਇੰਡੀਆ ਦੀ, ਉੱਥੇ ਜਾ ਕੇ ਵੀ ਦੇਖ ਸਕਦੇ ਨੇ। ਅੱਗੇ ਜੀ ਕਿਸ ਨੇ ਸ਼ਾਹਜਹਾਂ ਨੂੰ ਬੰਦੀ ਬਣਾ ਲਿਆ ਸੀ? ਦੱਸੋ ਜੀ, ਸ਼ਾਹਜਹਾਂ ਨੂੰ ਬੰਦੀ ਕਿੰਨੇ ਬਣਾ ਲਿਆ ਸੀਗਾ? ਤਾਂ ਆਪਣੇ ਕੋਲੇ ਆਪਸ਼ਨਾਂ ਪਈਆਂ ਨੇ। ਏ ਤੇ ਆ ਔਰੰਗਜ਼ੇਬ ਨੇ, ਬੀ ਤੇ ਆ ਦਾਰਾ ਸ਼ਿਕੋ ਨੇ, ਸੀ ਤੇ ਆ ਮਰਾਠਿਆਂ ਨੇ, ਜਾਂ ਫਿਰ ਡੀ ਤੇ ਆ ਇਹਨਾਂ ਵਿੱਚੋਂ ਕੋਈ ਨਹੀਂ?
ਤਾਂ ਦੇਖੋ ਜੀ ਇਹਨੂੰ ਬੰਦੀ ਕਿਹਨੇ ਬਣਾ ਲਿਆ ਸੀ? ਔਰੰਗਜ਼ੇਬ ਨੇ ਬਣਾਇਆ ਸੀ, ਠੀਕ ਹੈ। ਔਰ ਕਦੋਂ ਬਣਾਇਆ ਸੀ? 8 ਜੂਨ 1658 ਈਸਵੀ ਚ, ਠੀਕ ਹੈ ਜੀ। ਅੱਗੇ ਵਧਦੇ ਹਾਂ ਜੀ। ਅੱਗੇ ਆਪਣੇ ਕੋਲੇ ਅੱਜ ਦਾ 18 ਨੰਬਰ ਪ੍ਰਸ਼ਨ ਹੈ, ਸ਼ਾਹਜਹਾਂ ਦੀ ਜਿਹੜੀ ਮੌਤ ਹੈ ਉਹ ਕਿੱਥੇ ਹੋਈ ਸੀ? ਦਿੱਲੀ ਚ, ਲਾਹੌਰ ਚ, ਆਗਰਾ ਚ, ਜਾਂ ਇਹਨਾਂ ਵਿੱਚੋਂ ਕੋਈ ਨਹੀਂ। ਤਾਂ ਦੱਸੋ ਜੀ, ਇਹਦੀ ਮੌਤ ਹੋ ਗਈ ਸੀ ਆਗਰਾ ਦੇ ਕਿਲੇ ਦੇ ਵਿੱਚ, ਠੀਕ ਹੈ ਜੀ। ਅੱਗੇ ਵਧਦੇ ਹਾਂ ਸਟੂਡੈਂਟਸ। ਅੱਗੇ ਆਪਣੇ ਕੋਲੇ ਸ਼ਾਹਜਹਾਂ ਨੂੰ ਔਰੰਗਜ਼ੇਬ ਨੇ ਕਿੰਨੇ ਸਾਲ ਤੱਕ ਜਿਹੜਾ ਬੰਦੀ ਬਣਾ ਕੇ ਰੱਖਿਆ ਸੀ? ਤਾਂ 8 ਸਾਲਾਂ ਤੱਕ ਬੰਦੀ ਬਣਾ ਕੇ ਰੱਖਦਾ, ਤਾਂ ਉਸ ਤੋਂ ਬਾਅਦ ਕੀ ਇਹਦੀ ਜਿਹੜੀ ਆ ਮੌਤ ਹੋ ਜਾਂਦੀ ਹੈ। ਤਾਂ ਅੱਗੇ ਆ ਜੀ, ਸ਼ਾਹਜਹਾਂ ਦੀ ਮੌਤ ਕਦੋਂ ਹੋਈ ਸੀ? ਤਾਂ 1666 ਚ ਹੁੰਦੀ ਹੈ, 22 ਜਨਵਰੀ ਜਿਹੜੀ ਆ 22 ਜਨਵਰੀ 1666 ਈਸਵੀ ਚ ਇਹਦੀ ਮੌਤ ਹੋ ਜਾਂਦੀ ਹੈ। ਦੇਖੋ 8 ਜੂਨ 1658 ਚ ਇਹਨੂੰ ਕੈਦ ਕਰਦੇ ਨੇ, ਔਰ 1666 ਚ ਜਿਹੜੀ ਇਹਦੀ ਮੌਤ ਹੁੰਦੀ ਹੈ। 8 ਸਾਲ ਜਿਹੜਾ ਕੈਦ ਚ ਰਹਿੰਦਾ, ਠੀਕ ਹੈ ਜੀ। 22 ਜਨਵਰੀ ਨੂੰ ਜਿਹੜੀ ਆ ਮੌਤ ਹੋ ਜਾਂਦੀ ਹੈ। ਸੋ ਸਟੂਡੈਂਟਸ, ਇਹ ਸੀਗਾ ਸਾਡਾ ਅੱਜ ਦਾ ਲਾਸਟ ਪ੍ਰਸ਼ਨ। ਇਸ ਤੋਂ ਬਾਅਦ ਕੱਲ ਆਪਾਂ ਔਰੰਗਜ਼ੇਬ ਜਿਹੜਾ ਕੰਪਲੀਟ ਕਰ ਲਾਂਗੇ। ਉਸ ਤੋਂ ਬਾਅਦ ਆਪਾਂ ਦੇਖਦੇ ਹਾਂ ਜਾਂ ਤਾਂ ਮਰਾਠਿਆਂ ਬਾਰੇ ਪੜ੍ਹਦੇ ਹਾਂ, ਔਰ ਜਾਂ ਫਿਰ ਆਪਾਂ ਕਰਾਂਗੇ ਸਿਲਸਿਲਿਆਂ ਯਾਨੀ ਕਿ ਸੂਫੀ ਅੰਦੋਲਨ ਜਾਂ ਭਗਤੀ ਅੰਦੋਲਨ ਦੇ ਬਾਰੇ ਵਿੱਚ, ਠੀਕ ਹੈ। ਉਹ ਵੀ ਮੈਡੀਵਲ ਦੇ ਇੰਡੀਆ ਦੇ ਵਿੱਚ ਹੀ ਆ ਜਾਂਦਾ। ਤਾਂ ਇਸ ਕਰਕੇ ਆਪਾਂ ਔਰੰਗਜ਼ੇਬ ਤੋਂ ਬਾਅਦ ਇਹ ਡਿਸਾਈਡ ਕਰਾਂਗੇ ਕਿ ਆਪਾਂ ਨੈਕਸਟ ਜਿਹੜਾ ਉਹ ਕੀ ਪੜ੍ਹਨਾ ਹੈ। ਸੋ ਸਟੂਡੈਂਟ, ਜਾਣ ਤੋਂ ਪਹਿਲਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ, ਤਾਂ ਕਿ ਲੋੜਵੰਦ ਬੱਚਿਆਂ ਤੱਕ ਇਹ ਸਾਡੀ ਵੀਡੀਓ ਔਰ ਸਾਡਾ ਜਿਹੜੇ ਦਿੱਤਾ ਹੋਇਆ ਗਿਆਨ ਹੈ ਉਹ ਪਹੁੰਚ ਸਕੇ। ਸੋ ਸਟੂਡੈਂਟਸ, ਕੁੱਬਾ ਲਰਨੌਲਜੀ ਫ੍ਰੀ ਐਡੂਕੇਸ਼ਨਲ ਚੈਨਲ ਵਿੱਚ ਆਉਣ ਲਈ ਤੁਹਾਡਾ ਸਭ ਦਾ ਧੰਨਵਾਦ।